ਹੈਲੋ ਐਸਪੀਰੈਂਟ ਸਾਡਾ ਅੱਜ ਦਾ ਟੌਪਿਕ ਹੈ ਪਾਰਟ 4 ਦੈਟ ਇਜ਼ ਏਂਸ਼ੀਅੰਟ ਹਿਸਟਰੀ ਐਂਡ ਪੰਜਾਬ ਆਫਟਰ 14th ਸੈਂਚੁਰੀ ਜਿਹਦੇ ਵਿੱਚ ਅਸੀਂ ਪੜਾਂਗੇ ਡਿਟੇਲ ਦੇ ਵਿੱਚ ਤੁਗਲਕ ਵੰਸ਼ ਦੇ ਬਾਰੇ। ਉਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੇਵਾਂ ਕਿ ਪਾਰਟ 1 ਐਂਡ 2 ਦੇ ਵਿੱਚ ਮੈਂ ਸਲੇਵ ਡਾਇਨੈਸਟੀ ਦੇ ਬਾਰੇ ਦੱਸਿਆ ਸੀ, ਜਿਹਨੂੰ ਕਿ ਅਸੀਂ ਮਮਲੂਕ ਵੰਸ਼, ਗੁਲਾਮ ਵੰਸ਼ ਜਾਂ ਫਿਰ ਯਾਮਨੀ ਵੰਸ਼ ਤੋਂ ਵੀ ਜਾਣਦੇ ਹਾਂ। ਪਾਰਟ 3 ਦੇ ਵਿੱਚ ਕੀਤਾ ਸੀ ਖਿਲਜੀ ਡਾਇਨੈਸਟੀ ਦੇ ਬਾਰੇ ਪੂਰੀ ਦੀ ਪੂਰੀ ਡਿਟੇਲ ਦੇ ਵਿੱਚ। ਹੁਣ ਅਸੀਂ ਕਰਾਂਗੇ ਤੁਗਲਕ ਵੰਸ਼ ਦੇ ਬਾਰੇ ਅਤੇ ਇਸ ਤੋਂ ਬਾਅਦ ਮੈਂ ਕਰਵਾਉਂਗੀ ਪਾਰਟ 5 ਦੇ ਵਿੱਚ ਸੈਯਦ ਤੇ ਲੋਧੀਸ ਦੇ ਬਾਰੇ। ਸਲੇਵ ਡਾਇਨੈਸਟੀ ਜਿਹੜੀ ਕਿ ਰਹੀ ਹੈ 1206 ਤੋਂ ਲੈ ਕੇ 1290 ਤੱਕ, ਇਹ ਮੈਂ ਪਾਰਟ 1 ਐਂਡ 2 ਦੇ ਵਿੱਚ ਕਰਵਾ ਚੁੱਕੀ ਹਾਂ। ਖਿਲਜੀ ਡਾਇਨੈਸਟੀ ਜਿਹੜੀ ਹੈ ਉਹ 1290 ਤੋਂ 1320 ਦੇ ਵਿੱਚ, ਜਿਹੜੀ ਕਿ ਪਾਰਟ 3 ਦੇ ਵਿੱਚ ਹੈ। ਹੁਣ ਤੁਗਲਕ ਡਾਇਨੈਸਟੀ ਕਰਵਾਉਂਗੀ ਪਾਰਟ 4 ਦੇ ਵਿੱਚ, ਤੇ ਪਾਰਟ 5 ਦੇ ਵਿੱਚ ਮੈਂ ਕਰਵਾਉਂਗੀ ਸੈਯਦ ਤੇ ਲੋਧੀਸ ਦੇ ਬਾਰੇ। ਇੱਕ ਵਾਰੀ ਮੈਪ ਦੀ ਤਰਫ ਦੇਖ ਲਈਏ, ਮੈਪ ਦੇ ਵਿੱਚ ਕਿਸ ਏਰੀਆ ਦੇ ਵਿੱਚ ਰਾਜ ਕੀਤਾ ਹੈ। ਮਮਲੂਕ ਡਾਇਨੈਸਟੀ ਜਿਹੜੀ ਹੋਈ ਹੈ, ਜਿਹਨੂੰ ਅਸੀਂ ਸਲੇਵ ਡਾਇਨੈਸਟੀ ਦੇ ਨਾਮ ਤੋਂ ਵੀ ਜਾਣਦੇ ਹਾਂ, ਉਸਨੇ ਰਾਜ ਕੀਤਾ ਹੈ ਨਾਰਥ ਈਸਟ ਵਾਲੀ ਸਾਈਡ ਇੰਡੀਆ ਦੇ। ਉਸ ਤੋਂ ਬਾਅਦ ਜਿਹੜੀ ਖਿਲਜੀ ਡਾਇਨੈਸਟੀ ਹੈ ਉਹ ਨਾਰਥ ਤੋਂ ਵੱਧਦੇ ਵੱਧਦੇ ਥੋੜ੍ਹੀ ਜਿਹੀ ਸੈਂਟਰ ਦੇ ਵਿੱਚ ਆਉਂਦੀ ਹੈ ਅਤੇ ਉੱਥੇ ਰਾਜ ਕਰਦੀ ਹੈ। ਤੁਗਲਕ ਡਾਇਨੈਸਟੀ ਜਿਹੜੀ ਹੈ ਉਹ ਹੈਗੀ ਹੈ ਆਲਮੋਸਟ ਆਲ ਓਵਰ ਇੰਡੀਆ ਇਹਨੇ ਰਾਜ ਕੀਤਾ ਸੀਗਾ, ਥੋੜ੍ਹਾ ਜਿਹਾ ਹੀ ਏਰੀਆ ਹੈ ਜਿਹੜਾ ਜਿੱਥੇ ਰਾਜ ਨਹੀਂ ਕਰ ਪਾਈ ਸੀ। ਉਸ ਤੋਂ ਬਾਅਦ ਲੋਧੀਸ ਜਿਹੜੇ ਕਿ ਨਾਰਥ ਈਸਟ ਵਾਲੀ ਸਾਈਡ ਹੀ ਰਹੇ। ਇਹ ਹੈ ਏਰੀਆ ਵਾਈਜ਼ ਮੈਪ। ਤੁਗਲਕ ਡਾਇਨੈਸਟੀ ਦੇ ਵਿੱਚ ਦੇਖ ਲੈਂਦੇ ਹਾਂ ਕਿਹੜੇ ਕਿਹੜੇ ਸੁਲਤਾਨ ਹੋਏ ਨੇ। 1320 ਤੋਂ ਲੈ ਕੇ 1414 ਦੇ ਤੱਕ ਰਹੀ ਹੈ ਤੁਗਲਕ ਡਾਇਨੈਸਟੀ। ਸਭ ਤੋਂ ਪਹਿਲੇ ਫਾਊਂਡਰ ਦੀ ਗੱਲ ਕਰੀਏ ਤਾਂ ਫਾਊਂਡਰ ਹੋਇਆ ਹੈ ਗਿਆਸੁਦੀਨ ਤੁਗਲਕ, ਜਿਹੜਾ ਕਿ 1320 ਤੋਂ ਲੈ ਕੇ 1325 ਤੱਕ ਰਿਹਾ। ਉਸ ਤੋਂ ਬਾਅਦ ਉਹਦਾ ਹੀ ਮੁੰਡਾ ਸੁਲਤਾਨ ਜਿਹੜਾ ਹੈ ਮੁਹੰਮਦ ਬਿਨ ਤੁਗਲਕ ਬੈਠਿਆ ਸੀ ਗੱਦੀ ਤੇ, ਜਿਹੜਾ ਰਿਹਾ ਹੈ 1325 ਤੋਂ 1351 ਤੱਕ। ਤੀਸਰਾ ਸੁਲਤਾਨ ਜਿਹੜਾ ਹੋਇਆ ਹੈ ਫਿਰੋਜ਼ ਸ਼ਾਹ ਤੁਗਲਕ, ਜਿਹੜਾ ਕਿ 1351 ਤੋਂ ਲੈ ਕੇ 1389 ਤੱਕ ਬੈਠਾ ਸੀ। ਫਿਰ ਉਸ ਤੋਂ ਬਾਅਦ ਨਸੀਰ ਉਦਦਿਨ ਮੁਹੰਮਦ ਸ਼ਾਹ ਤੁਗਲਕ। ਹੁਣ ਸੀਰੀਅਲ ਵਾਈਜ਼ ਕਰਦੇ ਹਾਂ। ਸਭ ਤੋਂ ਪਹਿਲੇ ਫਾਊਂਡਰ ਦੀ ਗੱਲ ਕਰ ਲਈਏ ਤਾਂ ਫਾਊਂਡਰ ਹੋਇਆ ਹੈ ਗਿਆਸੁਦੀਨ ਤੁਗਲਕ, ਜਿਹਨੇ ਖਿਲਜੀ ਡਾਇਨੈਸਟੀ ਦਾ ਅੰਤ ਕਰਕੇ ਤੁਗਲਕ ਡਾਇਨੈਸਟੀ ਦੀ ਸਥਾਪਨਾ ਕੀਤੀ ਸੀ। ਦ ਫਾਊਂਡਰ ਆਫ ਤੁਗਲਕ ਡਾਇਨੈਸਟੀ ਵਾਸ ਗਿਆਸੁਦੀਨ ਤੁਗਲਕ, ਜਿਹਨੂੰ ਕਿ ਗਾਜ਼ੀ ਮਲਿਕ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਅਤੇ ਇਸਨੇ ਸਥਾਪਨਾ ਜਿਹੜੀ ਕੀਤੀ ਸੀ ਉਹ ਕੀਤੀ ਸੀ 1320 ਦੇ ਵਿੱਚ। ਗਿਆਸੁਦੀਨ ਲੇਡ ਦ ਫਾਊਂਡੇਸ਼ਨ ਫॉर ਤੁਗਲਕਬਾਦ ਨੀਅਰ ਦਿੱਲੀ। ਉਸਨੇ ਫਾਊਂਡੇਸ਼ਨ ਰੱਖੀ ਸੀ ਤੁਗਲਕਬਾਦ ਦੀ ਦਿੱਲੀ ਦੇ ਨੇੜੇ। ਹੀ ਰਿਪਲੇਸਡ ਮੈਨ ਵਿਦ ਹੋਰਸਿਸ ਇਨ ਕੂਰੀਅਰ ਸਿਸਟਮ। ਕੂਰੀਅਰ ਸਿਸਟਮ ਦੇ ਵਿੱਚ ਪਹਿਲੇ ਕੀ ਕੀਤਾ ਜਾਂਦਾ ਸੀ, ਅਗਰ ਅਸੀਂ ਕਿਸੇ ਨੂੰ ਕੂਰੀਅਰ ਭੇਜਣਾ ਹੈ ਤਾਂ ਬੰਦਾ ਭੇਜਦੇ ਹੁੰਦੇ ਸੀ, ਬੰਦਾ ਤੁਰ ਕੇ ਜਾਂਦਾ ਸੀ ਅਤੇ ਕੂਰੀਅਰ ਡਿਲੀਵਰ ਕਰਦਾ ਸੀ। ਹੁਣ ਗਿਆਸੁਦੀਨ ਤੁਗਲਕ ਨੇ ਕੀ ਕੀਤਾ ਸੀ, ਬੰਦਿਆਂ ਨੂੰ ਘੋੜਿਆਂ ਨਾਲ ਰਿਪਲੇਸ ਕਰ ਦਿੱਤਾ ਸੀ, ਯਾਨੀ ਕਿ ਹੁਣ ਘੋੜੇ ਜਾਣਗੇ। ਗਿਆਸੁਦੀਨ ਡਾਈਡ ਐਕਸੀਡੈਂਟਲੀ ਇਨ 1325 AD। ਹੁਣ ਇੱਥੇ ਮੈਂ ਐਕਸੀਡੈਂਟਲੀ ਇਸ ਲਈ ਲਿਖਿਆ ਕਿਉਂਕਿ ਇਸ ਦੀ ਮੌਤ ਦਾ ਜਿਹੜਾ ਰਾਜ਼ ਨਹੀਂ ਖੁੱਲ੍ਹ ਪਾਇਆ ਸੀਗਾ। ਕਈ ਕਹਿੰਦੇ ਨੇ ਕਿ ਐਕਸੀਡੈਂਟਲੀ ਮਰ ਗਿਆ ਸੀ, ਅਤੇ ਕਈ ਕਹਿੰਦੇ ਕਿ ਇਹਦੇ ਹੀ ਮੁੰਡੇ ਨੇ ਇਹਨੂੰ ਮਾਰ ਦਿੱਤਾ ਸੀ ਗੱਦੀ ਵਾਸਤੇ। ਸੋ ਗੱਦੀ ਵਾਸਤੇ ਜਿਹਨੇ ਮਾਰਿਆ ਸੀ ਉਹਦਾ ਨਾਮ ਸੀਗਾ ਜੁੰਨਾ। ਜੁੰਨਾ ਨੇ ਮਾਰ ਕੇ ਉਸ ਤੋਂ ਬਾਅਦ ਆਪਣਾ ਨਾਮ ਚੇਂਜ ਕਰ ਲਿਆ ਸੀ, ਥਰੋਨ 'ਤੇ ਬੈਠ ਕੇ ਨਾਮ ਰੱਖਿਆ ਸੀ ਮੁਹੰਮਦ ਬਿਨ ਤੁਗਲਕ। ਨਾਮ ਚੇਂਜ ਕਰਨ ਨਾਲ ਕੀ ਹੁੰਦਾ, ਸੋ ਬਟ ਇਹਨੇ ਦਿਮਾਗ ਨਹੀਂ ਸੀ ਲਗਾਇਆ, ਕੰਮ ਤਾਂ ਉਹੀ ਰਹਿਣੇ ਆ, ਇਸ ਲਈ ਜੁੰਨਾ ਨੇ ਨਾਮ ਚੇਂਜ ਕਰਕੇ ਮੁਹੰਮਦ ਬਿਨ ਤੁਗਲਕ ਰੱਖ ਲਿਆ ਸੀ। ਹੁਣ ਮੁਹੰਮਦ ਬਿਨ ਤੁਗਲਕ ਦੇ ਬਾਰੇ ਪੜ੍ਹਦੇ ਹਾਂ। ਇਹ ਰਿਹਾ ਹੈ 1325 ਤੋਂ 1351 ਤੱਕ। ਜੂਨਾ ਕਿਲਡ ਹਿਜ਼ ਫਾਦਰ, ਜੂਨਾ ਇਹਦਾ ਹੀ ਨਾਮ ਸੀਗਾ, ਪਹਿਲਾ ਬਰਥ ਨੇਮ ਸੀਗਾ। ਜੂਨਾ ਖਾਨ ਕਿਲਡ ਹਿਜ਼ ਫਾਦਰ ਗਿਆਸੁਦੀਨ ਤੁਗਲਕ ਐਂਡ ਅਸੈਂਡਡ ਦ ਥਰੋਨ ਵਿਦ ਦ ਟਾਈਟਲ ਮੁਹੰਮਦ ਬਿਨ ਤੁਗਲਕ ਇਨ 1325। 1325 ਦੇ ਵਿੱਚ ਬੈਠਾ ਸੀ ਮੁਹੰਮਦ ਬਿਨ ਤੁਗਲਕ ਨਾਮ ਦੇ ਨਾਲ। ਮੁਹੰਮਦ ਬਿਨ ਤੁਗਲਕ ਵਾਸ ਦ ਮੋਸਟ ਕੰਟਰੋਵਰਸ਼ੀਅਲ ਪਰਸਨੈਲਿਟੀ ਇਨ ਮਿਡੀਵਲ ਇੰਡੀਅਨ ਹਿਸਟਰੀ। ਮਿਡੀਵਲ ਇੰਡੀਅਨ ਹਿਸਟਰੀ ਦੇ ਵਿੱਚ ਜਿਹੜਾ ਮੁਹੰਮਦ ਬਿਨ ਤੁਗਲਕ ਸੀਗਾ ਉਹਦੀ ਪਰਸਨੈਲਿਟੀ ਬਹੁਤ ਕੰਟਰੋਵਰਸ਼ੀਅਲ ਰਹੀ ਸੀ, ਬਹੁਤ ਜ਼ਿਆਦਾ ਕੰਟਰੋਵਰਸੀ ਦੇ ਵਿੱਚ ਰਹਿੰਦਾ ਸੀ। ਹੀ ਵਾਸ ਲਰਨਡ, ਕਲਚਰਡ ਐਂਡ ਟੈਲੈਂਟਡ ਪ੍ਰਿੰਸ। ਬਹੁਤ ਜ਼ਿਆਦਾ ਪੜ੍ਹਿਆ ਲਿਖਿਆ, ਕਲਚਰਡ ਅਤੇ ਟੈਲੈਂਟਡ ਪ੍ਰਿੰਸ ਸੀਗਾ, ਪਰ ਉਹਨੇ ਇੱਕ ਇੱਦਾਂ ਦੀ ਰੈਪੂਟੇਸ਼ਨ ਗੇਨ ਕਰ ਲਈ ਸੀਗੀ ਕਰੂਅਲ ਅਤੇ ਅਨਜਸਟ ਵਾਲੀ। He was a very attractive character in the history of medieval India owing to his ambitious schemes and novel experiments। अपने experiments करके वो बहुत attractive character रहा है history ਦੇ ਵਿੱਚ। He was very tolerant in religious matter। बहुत tolerant ਸੀ, बहुत ज़्यादा ਉਹਦੇ 'ਚ ਸਹਿਣ ਸ਼ਕਤੀ ਸੀ religious matters ਨੂੰ ਲੈ ਕੇ। ਹੀ ਆਲਸੋ ਇੰਟਰੋਡਿਊਸਡ ਮੈਨੀ ਲਿਬਰਲ ਐਂਡ ਬੈਨੀਫੀਸ਼ੀਅਲ ਰਿਫੋਰਮਸ। ਬਹੁਤ ਸਾਰੇ ਰਿਫੋਰਮਸ ਉਹਨੇ ਇੰਟਰੋਡਿਊਸ ਕੀਤੇ ਸੀ ਜਿਹੜੇ ਕਿ ਲਿਬਰਲ ਸੀਗੇ ਅਤੇ ਬੈਨੀਫੀਸ਼ੀਅਲ ਰਹੇ ਨੇ, ਬਟ ਆਲ ਹਿਸ ਰਿਫੋਰਮਸ ਫੇਲਡ। ਪਰ ਜਿੰਨੇ ਵੀ ਰਿਫੋਰਮਸ ਉਹਨੇ ਇੰਟਰੋਡਿਊਸ ਕੀਤੇ ਸੀ ਉਹ ਸਾਰੇ ਫੇਲ ਹੋ ਗਏ ਸੀ। ਮੋਰੋਕਨ ਟਰੈਵਲਰ ਇਬਨ ਬਤੂਤਾ
ਵਿਜ਼ਿਟਡ ਇੰਡੀਆ ਡਿਊਰਿੰਗ ਹਿਸ ਰੀਨ, ਜਿਹੜਾ ਕਿ ਮੋਰੋਕਨ ਟਰੈਵਲਰ ਸੀਗਾ, ਮੋਰੋਕੋ ਤੋਂ ਆਇਆ ਸੀ। ਇਬਨ ਬਤੂਤਾ ਉਹਦਾ ਨਾਮ ਸੀ। ਉਹ ਇਹਦੇ ਹੀ ਰਾਜ ਦੇ ਵਿੱਚ, ਇੰਡੀਆ ਦੇ ਵਿੱਚ ਉਹਨੇ ਵਿਜ਼ਿਟ ਕੀਤਾ ਸੀ। ਕੰਟੈਂਪਰਰੀ ਰਾਈਟਰਸ ਇਹਦੇ ਟਾਈਮ 'ਤੇ ਕਿਹੜੇ ਕਿਹੜੇ ਹੋਏ ਨੇ? ਇਸਾਮੀ, ਬਰਾਨੀ, ਇਬਨ ਬਤੂਤਾ। ਇਬਨ ਬਤੂਤਾ ਵੀ ਇੱਕ ਰਾਈਟਰ ਸੀਗਾ ਜਿਹੜਾ ਕਿ ਮੋਰੋਕੋ ਦਾ ਸੀ। ਟ੍ਰਾਂਸਫਰ ਆਫ ਕੈਪੀਟਲ ਸਿਟੀ। ਹੁਣ ਮੁਹੰਮਦ ਬਿਨ ਤੁਗਲਕ ਨੇ ਕੀ ਕੀਤਾ ਸੀਗਾ? ਵਾਂਟਡ ਟੂ ਮੇਕ ਦੇਵਾਗਰੀ ਹਿਸ ਸੈਕੰਡ ਕੈਪੀਟਲ ਸੋ ਦੈਟ ਹੀ ਮਾਈਟ ਬੀ ਏਬਲ ਟੂ ਕੰਟਰੋਲ ਸਾਊਥ ਇੰਡੀਆ ਬੈਟਰ। ਹੁਣ ਕਿਹੜਾ ਮੂਰਖ ਸੁਲਤਾਨ ਹੁੰਦਾ ਹੈ ਜਿਹੜਾ ਕਿ ਆਪਣੀ ਕੈਪੀਟਲ ਟ੍ਰਾਂਸਫਰ ਕਰ ਦਿੰਦਾ ਹੈ? ਉਹ ਸੀਗਾ ਮੁਹੰਮਦ ਬਿਨ ਤੁਗਲਕ। ਇਹਨੇ ਕੀ ਕੀਤਾ ਸੀ? ਦਿੱਲੀ ਇੱਕ ਕੈਪੀਟਲ, ਦੂਸਰੀ ਕੈਪੀਟਲ ਦੇਵਾਗਰੀ ਜਿਹੜੀ ਕਿ ਕਰਨਾਟਕਾ ਦੇ ਵਿੱਚ ਹੈ। ਸਾਊਥ ਇੰਡੀਆ ਦੇ ਉੱਪਰ ਜ਼ਿਆਦਾ ਬੈਟਰ ਕੰਟਰੋਲ ਹੋਵੇ ਇਸ ਲਈ ਉਹਨੇ ਆਪਣੀ ਕੈਪੀਟਲ ਹੀ ਚੇਂਜ ਕਰ ਦਿੱਤੀ ਸੀ। 1327 ਦੇ ਵਿੱਚ ਉਹਨੇ ਇੱਕ ਐਕਸਟੈਂਸਿਵ ਪ੍ਰੈਪਰੇਸ਼ਨ ਕੀਤੀ ਟ੍ਰਾਂਸਫਰ ਕਰਨ ਲਈ ਰੋਇਲ ਹਾਊਸ ਹੋਲਡਸ, ਆਪਣੇ ਸ਼ਾਹੀ ਘਰ-ਬਾਰ ਐਂਡ ਦ ਯੂਲੇਮਸ ਐਂਡ ਸੂਫੀਸ ਫਰੋਮ ਦਿੱਲੀ ਟੂ ਦੇਵਾਗਰੀ। ਦਿੱਲੀ ਤੋਂ ਦੇਵਾਗਰੀ ਪਹੁੰਚਾਉਣ ਦਾ, ਟ੍ਰਾਂਸਫਰ ਕਰਨ ਦਾ ਬਹੁਤ ਜ਼ਿਆਦਾ ਐਕਸਟੈਂਸਿਵ ਪ੍ਰੈਪਰੇਸ਼ਨ ਕਰਨੀ ਸ਼ੁਰੂ ਕੀਤੀ, ਵਿਚ ਵਾਸ ਰੀਨੇਮਡ ਐਜ਼ ਦੌਲਤਾਬਾਦ। ਦੇਵਾਗਰੀ ਨੂੰ ਨਾਮ ਚੇਂਜ ਕਰਕੇ ਦੌਲਤਾਬਾਦ ਰੱਖਿਆ ਗਿਆ। The distance between these two places was more than 1500 kilometers। ਹੁਣ ਦਿੱਲੀ ਤੋਂ ਲੈ ਕੇ ਦੌਲਤਾਬਾਦ ਯਾਨੀ ਕਿ ਦੇਵਾਗਰੀ ਦਾ ਜੋ ਡਿਸਟੈਂਸ ਸੀਗਾ ਉਹ ਜ਼ਿਆਦਾ ਸੀ 1500 ਕਿਲੋਮੀਟਰ ਤੋਂ। ਮੈਨੀ ਪੀਪਲ ਡਾਈਡ ਡਿਊਰਿੰਗ ਦ ਰਿਗਰਸ ਜਰਨੀ ਇਨ ਦ ਸਮਰ। ਗਰਮੀਆਂ ਦੇ ਦਿਨ ਸੀ, ਲੋਕੀ ਜਾ ਰਹੇ ਸੀ, ਜਾਂਦੇ ਜਾਂਦੇ 1500 ਕਿਲੋਮੀਟਰ ਤੋਂ ਜ਼ਿਆਦਾ ਦਾ ਸਫ਼ਰ ਹੈ ਔਰ ਉਹ ਜਾਂਦੇ ਜਾਂਦੇ ਹੀ ਮਰ ਗਏ। 2 ਸਾਲਾਂ ਬਾਅਦ ਸੁਲਤਾਨ ਸੋਚਦਾ ਹੈ ਕਿ ਦੌਲਤਾਬਾਦ ਨਹੀਂ ਠੀਕ, ਦਿੱਲੀ ਹੀ ਠੀਕ ਹੈ, ਇੱਥੇ ਬਹੁਤ ਗਰਮੀ ਹੈ, ਅਤੇ ਉਹ ਦੁਬਾਰਾ ਦਿੱਲੀ ਪਹੁੰਚਣ ਦਾ ਪ੍ਰਬੰਧ ਕਰਦਾ। ਸੋ ਜਿੰਨੇ ਬਚੇ ਕੁਚੇ ਲੋਕ ਸੀਗੇ ਉਹ ਦਿੱਲੀ ਵਾਪਸ ਆਉਂਦੇ ਆਉਂਦੇ ਮਰ ਗਏ। ਟੋਕਨ ਕਰੰਸੀ ਵੀ ਇਹਨੇ ਚੇਂਜ ਕੀਤੀ ਸੀ, ਜਿੱਦਾਂ ਕਿ ਹੁਣੀ ਸਾਡੇ ਨਰਿੰਦਰ ਮੋਦੀ ਨੇ ਟੋਕਨ ਚੇਂਜ ਕੀਤੇ ਸੀ, ਯਾਨੀ ਕਿ ਰੁਪੀਜ਼ 1000 ਦੇ ਨੋਟ ਬੰਦ ਕਰਕੇ 500 ਦੇ ਚਲਾਏ, 2000 ਦੇ ਚਲਾਏ। ਇੱਦਾਂ ਹੀ ਇਹਨੇ ਵੀ ਟੋਕਨ ਕਰੰਸੀ ਚੇਂਜ ਕੀਤੀ ਸੀ। ਮੁਹੰਮਦ ਬਿਨ ਤੁਗਲਕ ਨੇ ਆਰਡਰ ਕੀਤਾ ਕਿ ਜਿਹੜੇ ਸਿਲਵਰ ਕੋਇਨਸ ਆ ਉਹ ਬਹੁਤ ਮਹਿੰਗੇ ਪੈ ਰਹੇ ਆ ਬਣਾਉਣੇ, ਇਸ ਲਈ ਬਰਾਸ ਕੋਇਨਸ ਬਣਾਏ ਜਾਣਗੇ। ਸੋ ਉਹਨੇ ਮੁਹੰਮਦ ਤੁਗਲਕ ਆਰਡਰਸ ਹਿਸ ਬਰਾਸ ਕੋਇਨਸ ਟੂ ਪਾਸ ਫॉर ਸਿਲਵਰ 1330 AD ਦੇ ਵਿੱਚ। ਉਹਦਾ ਮੇਨ ਏਮ ਇਹ ਸੀਗਾ ਕਿ ਪ੍ਰੀਸ਼ੀਅਸ ਮੈਟਲ ਜਿਹੜਾ ਗੋਲਡ ਅਤੇ ਸਿਲਵਰ ਹੈ ਉਹਨਾਂ ਨੂੰ ਬਚਾਇਆ ਜਾਵੇ ਅਤੇ ਬਰਾਸ ਨੂੰ ਯੂਜ਼ ਕੀਤਾ ਜਾਵੇ ਐਜ਼ ਅ ਮਨੀ ਸਰਕੂਲੇਸ਼ਨ ਵਾਸਤੇ। ਫॉर ਦਿਸ ਰੀਜ਼ਨ ਜਿਹੜੇ ਕਾਪਰ ਕੋਇਨ ਸੀਗੇ ਉਹ ਇਸ਼ੂ ਕੀਤੇ ਗਏ which had same value as silver tanka। silver tanka ਦਾ same value ਮੰਨੀ ਗਈ। but minting the copper coin was not retained as monopoly of government। ਗਵਰਨਮੈਂਟ ਦੀ ਮੋਨੋਪੋਲੀ ਨਹੀਂ ਹੁੰਦੀ ਸੀਗੀ ਬਰਾਸ ਕੋਇਨਸ, ਕਾਪਰ ਕੋਇਨਸ ਬਣਾਉਣ ਦੀ। ਇਹਨੇ ਇਹ ਵੀ ਐਲਾਨ ਕਰ ਦਿੱਤਾ ਕਿ ਕੋਈ ਵੀ ਬਣਾ ਸਕਦਾ ਹੈ, ਜਿਹੜੇ ਕਾਪਰ ਕੋਇਨਸ ਨੇ ਜਵੈਲਰਸ ਬਣਾ ਸਕਦੇ, ਮੋਨੋਪੋਲੀ ਨਹੀਂ ਹੈ ਕਿ ਗਵਰਨਮੈਂਟ ਹੀ ਬਣਾਏਗੀ। ਹੁਣ ਇੱਦਾਂ ਦਾ ਟਾਈਮ ਆਇਆ ਕਿ ਦਿੱਲੀ ਦੀ ਗਲੀਆਂ ਗਲੀਆਂ ਦੇ ਵਿੱਚ ਸਿੱਕੇ ਨਜ਼ਰ ਆਉਣੇ ਸ਼ੁਰੂ ਹੋ ਗਏ। ਇਹ ਸਭ ਦੇਖਣ ਤੋਂ ਬਾਅਦ ਜਿਹੜਾ ਸੁਲਤਾਨ ਸੀਗਾ ਉਹਨੇ ਦੁਬਾਰਾ ਮੋਨੋਪੋਲੀ ਲੈ ਲਈ ਸੀ, ਯਾਨੀ ਕਿ ਗਵਰਨਮੈਂਟ ਹੀ ਹੁਣ ਸਭ ਕੁਝ ਹੈਂਡਲ ਕਰੇਗੀ, ਕਾਪਰ ਕੋਇਨਸ ਜਿਹੜੇ ਆ ਉਹ ਇੰਟਰੋਡਿਊਸ ਕਰੇਗੀ। ਉਸ ਤੋਂ ਬਾਅਦ ਆਉਂਦਾ ਇਨਕਰੀਜ਼ ਇਨ ਟੈਕਸਿਸ ਦੀ ਗੱਲ। ਜਿਹੜਾ ਏਰੀਆ ਸੀਗਾ ਯਮੁਨਾ ਅਤੇ ਗੰਗਾ ਦੇ ਦੁਆਬ ਦੇ ਵਿੱਚ ਆਉਂਦਾ ਸੀ, ਜਿਹੜਾ ਉਹ ਬਹੁਤ ਜ਼ਿਆਦਾ ਫਰਟਾਈਲ ਸੀਗਾ। ਉਹ ਫਰਟਾਈਲ ਦੇਖਦੇ ਹੋਏ ਹੁਣ ਸੁਲਤਾਨ ਨੇ ਕੀ ਕੀਤਾ ਕਿ ਉਹਦੇ ਉੱਪਰ ਟੈਕਸ ਰਾਈਜ਼ ਕਰਤਾ ਅਤੇ ਤਾਂ ਕਿ ਜਿਹੜਾ ਰੈਵਨਿਊ ਹੈ ਉਹਦੇ ਰਾਜ ਨੂੰ ਜ਼ਿਆਦਾ ਹੋਵੇ। ਹੁਣ ਸਭ ਮੂਰਖਾਂ ਵਾਲੀ ਗੱਲਾਂ ਇਹ ਕਰ ਰਿਹਾ ਸੀ, ਇਹਨੇ ਇੰਕਰੀਜ਼ ਕਰਤੇ ਟੈਕਸਿਸ, ਜਦ ਕਿ ਉਸ ਵੇਲੇ ਜਿਹੜਾ ਹੈ ਟਾਈਮ ਸੀਗਾ ਇੱਦਾਂ ਦਾ ਜਦੋਂ ਰੇਨਫੋਲ ਹੋਈ ਨਹੀਂ ਸੀ, ਇਸ ਲਈ ਇਸ ਨੂੰ ਬਹੁਤ ਜ਼ਿਆਦਾ ਲਾਸ ਹੋਇਆ ਸੀ। ਫਿਰ ਆਉਂਦੇ ਆ ਜੀ ਐਗਰੀਕਲਚਰ ਰਿਫੋਰਮਸ। ਐਗਰੀਕਲਚਰ ਰਿਫੋਰਮਸ ਦੀ ਗੱਲ ਕਰੀਏ ਤਾਂ ਹੀ ਲਾਂਚਡ ਅ ਸਕੀਮ। ਇੱਦਾਂ ਦੀ ਸਕੀਮ ਉਹਨੇ ਲਾਂਚ ਕੀਤੀ ਸੀ ਬਾਏ ਵਿਚ ਤਕਵੀ ਲੋਨਸ ਉਹਨੇ ਦੇਣੇ ਸ਼ੁਰੂ ਕੀਤੇ ਸੀ ਫॉर ਕਲਟੀਵੇਸ਼ਨ ਵਰ ਗਿਵਨ ਟੂ ਦ ਫਾਰਮਰਸ ਟੂ ਬਾਈ ਸੀਡ ਐਂਡ ਐਕਸਟੈਂਡ ਕਲਟੀਵੇਸ਼ਨ। ਉਹ ਕਹਿੰਦਾ ਸੀ ਕਿ ਫਾਰਮਰਸ ਨੂੰ ਲੋਨ ਦਿੱਤਾ ਜਾਵੇ, ਫਾਰਮਰਸ ਲੋਨ ਲੈ ਕੇ ਸੀਡਸ ਖਰੀਦਣ ਅਤੇ ਉਹਨਾਂ ਦੀ ਕਲਟੀਵੇਸ਼ਨ ਕਰਨ। ਅ ਸੈਪਰੇਟ ਡਿਪਾਰਟਮੈਂਟ ਫॉर ਐਗਰੀਕਲਚਰ ਲਈ ਇੱਕ ਸੈਪਰੇਟ ਡਿਪਾਰਟਮੈਂਟ ਬਣਾਇਆ ਗਿਆ ਜਿਹਦਾ ਨਾਮ ਰੱਖਿਆ ਗਿਆ ਦੀਵਾਨੇ ਕੋਹੀ। ਸੋ ਐਗਜ਼ਾਮ 'ਚ ਕੁਐਸਚਨ ਆ ਸਕਦਾ ਕਿ ਦੀਵਾਨੇ ਕੋਹੀ ਕਿਹੜੇ ਸੁਲਤਾਨ ਨੇ ਇੰਟਰੋਡਿਊਸ ਕੀਤਾ ਸੀ, ਕਾਹਦੇ ਵਾਸਤੇ ਇੰਟਰੋਡਿਊਸ ਕੀਤਾ ਸੀ? ਐਗਰੀਕਲਚਰ ਦਾ ਡਿਪਾਰਟਮੈਂਟ ਸੀ ਅਤੇ ਮੁਹੰਮਦ ਬਿਨ ਤੁਗਲਕ ਨੇ ਕੀਤਾ ਸੀ। ਟੂ ਕਰਬ ਦ ਰਿਬਿਲੀਅਨ ਆਫ ਤਾਗੀ ਇੱਕ ਬੰਦਾ ਸੀਗਾ ਜਿਹਨੇ ਰਿਬਿਲੀਅਨ ਕਰ ਦਿੱਤਾ ਸੀਗਾ। ਤੁਗਲਕ ਐਂਟਰਡ ਇਨਟੂ ਸਿੰਧ ਡੈਸਰਟ। ਤੁਗਲਕ ਜਿਹੜਾ ਸੀਗਾ ਸਿੰਧ ਡੈਸਰਟ ਦੇ ਵਿੱਚ ਐਂਟਰ ਹੁੰਦਾ ਉਹ ਵਾਲੇ ਰਿਵੋਲਟ ਨੂੰ ਰੋਕਣ ਲਈ, ਜਿਹੜਾ ਕਿ ਤਾਗੀ ਨਾਮ ਦੇ ਬੰਦੇ ਨੇ ਕੀਤਾ ਸੀਗਾ, ਅਤੇ ਉਹਦੇ ਵਿੱਚ ਹੀ ਸਨਸਟ੍ਰੋਕ ਦੇ ਕਰਕੇ ਮਰ ਜਾਂਦਾ ਹੈ 1352 AD ਦੇ ਵਿੱਚ।
फिर आंदा जी फिरोज शाह तुगलक ਜਿਹੜਾ ਕਿ ਰਿਹਾ 1351 ਤੋਂ ਲੈ ਕੇ 89 ਤੱਕ। ਇਹ 1309 ਦੇ ਵਿੱਚ ਇਹਦਾ ਜਨਮ ਹੋਇਆ ਸੀ ਤੇ ਥਰੋਨ ਦੇ ਉੱਪਰ ਦਿੱਲੀ ਦੇ ਉੱਪਰ ਬੈਠਾ ਹੈ ਜਦੋਂ ਉਹਦੇ ਕਜ਼ਨ ਮੁਹੰਮਦ ਬਿਨ ਤੁਗਲਕ ਦੀ ਡੈਥ ਹੋ ਜਾਂਦੀ ਹੈ। ਦ ਉਮੱਯਦ ਜਨਰਲ ਮੁਹੰਮਦ ਬਿਨ ਕਾਸਿਮ ਇੰਟਰੋਡਿਊਸ ਦ ਜਿਜ਼ੀਆ ਇਨ ਇੰਡੀਆ in 712 AD when he conquered ਸਿੰਧ। ਜਦੋਂ ਸਿੰਧ ਦੇ ਉੱਪਰ ਕਨਕਿਊਰ ਕਰ ਲਿਆ ਗਿਆ ਸੀ ਉਦੋਂ ਉਮੱਯਦ ਦਾ ਜਨਰਲ ਜਿਹੜਾ ਨਾਮ ਉਹਦਾ ਸੀਗਾ ਮੁਹੰਮਦ ਬਿਨ ਕਾਸਿਮ, ਉਹਨੇ ਇੰਟਰੋਡਿਊਸ ਕੀਤਾ ਸੀ ਜਿਜ਼ੀਆ। ਜਿਜ਼ੀਆ ਇੱਕ ਟੈਕਸ ਹੁੰਦਾ ਹੈ ਜਿਹੜਾ ਕਿ ਬਾਮਨਾਂ ਦੇ ਉੱਪਰ ਲਗਾਇਆ ਗਿਆ ਸੀ। ਸੋ ਅਗਰ ਕੁਐਸਚਨ ਆਵੇ ਕਿ ਕਿੰਨੇ ਲਗਾਇਆ ਸੀ, ਅਗਰ ਤਾਂ ਮੁਹੰਮਦ ਬਿਨ ਕਾਸਿਮ ਨਾਮ ਹੈ ਆਪਸ਼ਨ ਦੇ ਵਿੱਚ ਤਾਂ ਮੁਹੰਮਦ ਬਿਨ ਕਾਸਿਮ ਲਗਾਓਗੇ, ਅਗਰ ਨਹੀਂ ਹੈ ਤਾਂ ਫਿਰੋਜ਼ ਸ਼ਾਹ ਤੁਗਲਕ ਲਗਾਓਗੇ। ਹੀ ਸਟਾਰਟਡ ਦ ਇੰਪੋਜੀਸ਼ਨ ਆਫ ਜਜ਼ੀਆ ਔਨ ਬ੍ਰਾਹਮਨਸ। ਫਿਰੋਜ਼ ਸ਼ਾਹ ਤੁਗਲਕ ਨੇ ਬ੍ਰਾਹਮਨਸ ਦੇ ਉੱਪਰ ਜਜ਼ੀਆ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਜਵਾਲਾਮੁਖੀ ਟੈਂਪਲ ਜਿਹੜਾ ਹੈ ਇਹਨੇ ਫਿਰੋਜ਼ ਸ਼ਾਹ ਤੁਗਲਕ ਨੇ ਡਿਸਟਰੋਏ ਕਰ ਦਿੱਤਾ ਸੀ, ਇੱਕ ਵਾਰੀ ਇਹਨੂੰ ਡਿਸਟਰਕਟਡ ਕਰ ਦਿੱਤਾ ਸੀ। ਹੀ ਪ੍ਰੋਟੈਕਟਡ ਸੰਸਕ੍ਰਿਤ ਸਕ੍ਰਿਪਚਰਸ ਐਂਡ ਸਟਾਰਟਡ ਦੇਅਰ ਟ੍ਰਾਂਸਲੇਸ਼ਨ ਇਨਟੂ ਪਰਸ਼ੀਅਨ। ਹੁਣ ਇੱਕ ਤਰਫ ਇਹ ਮੰਦਿਰਾਂ ਨੂੰ ਤੋੜ ਰਿਹਾ ਸੀ, ਦੂਸਰੀ ਤਰਫ ਉਹਨੇ ਸੰਸਕ੍ਰਿਤ ਸਕ੍ਰਿਪਚਰਸ ਨੂੰ ਬਹੁਤ ਜ਼ਿਆਦਾ ਪ੍ਰੋਟੈਕਟ ਵੀ ਕਰ ਰਿਹਾ ਸੀ। ਸੋ ਇਹਦਾ ਕੁਝ ਦੀਨ ਧਰਮ ਨਹੀਂ ਸੀ। So he was the first to link rivers and provide irrigation with the help of 4 canals। ਇਹ ਇੱਦਾਂ ਦਾ ਬੰਦਾ ਸੀ ਜਿਹਨੇ ਕਿ ਰਿਵਰਸ ਨੂੰ ਲਿੰਕ ਕਰ ਦਿੱਤਾ ਸੀ ਆਪਸ ਦੇ ਵਿੱਚ ਤੇ ਇਰੀਗੇਸ਼ਨ ਲਈ ਪ੍ਰੋਵਾਈਡ ਕਰਨਾ ਸ਼ੁਰੂ ਕੀਤਾ ਸੀ ਵਿਦ ਦ ਹੈਲਪ ਆਫ 4 ਕੈਨਾਲਸ, 4 ਕੈਨਾਲਸ ਦੇ ਨਾਲ। ਹੀ ਇੰਪੋਜ਼ਡ ਵਾਟਰ ਸੈਸ ਵਾਟਰ ਦੇ ਉੱਪਰ ਟੈਕਸ ਲਗਾਉਣਾ ਇਹਨੇ ਸ਼ੁਰੂ ਕੀਤਾ ਸੀ ਜਿਹਦਾ ਨਾਮ ਰੱਖਿਆ ਸੀ ਹੱਕ ਸ਼ਰੀਬ। ਹੱਕ ਸ਼ਰੀਬ। The British called him father of irrigation department because of the many gardens and canals that he built। ਹੁਣ ਇੱਕ ਕੰਸਟਰਕਸ਼ਨ ਬਹੁਤ ਕਰਿਆ ਕਰਦਾ ਸੀ, ਇਸ ਲਈ ਜਿਹੜੇ ਬ੍ਰਿਟਿਸ਼ਰ ਸੀਗੇ ਇਹਨਾਂ ਨੇ ਇਹਦਾ ਨਾਮ ਰੱਖ ਦਿੱਤਾ ਸੀ ਫਾਦਰ ਆਫ ਇਰੀਗੇਸ਼ਨ ਡਿਪਾਰਟਮੈਂਟ। ਸੋ ਕੁਐਸਚਨ ਅਗਰ ਆਵੇ ਕਿ ਫਾਦਰ ਆਫ ਇਰੀਗੇਸ਼ਨ ਡਿਪਾਰਟਮੈਂਟ ਕੌਣ ਹੈ ਤਾਂ ਉਹ ਹੈਗਾ ਫਿਰੋਜ਼ ਸ਼ਾਹ ਤੁਗਲਕ। ਹੀ ਇਸਟੈਬਲਿਸ਼ਡ ਦ ਦੀਵਾਨੇ ਖੈਰੀਅਤ। ਦੀਵਾਨੇ ਖੈਰੀਅਤ ਨਾਮ ਦਾ ਇੱਕ ਡਿਪਾਰਟਮੈਂਟ ਇਹਨੇ ਬਣਾਇਆ ਸੀ ਜਿਹੜਾ ਕਿ ਸੀ ਆਫਿਸ ਫॉर ਚੈਰਿਟੀ, ਚੈਰਿਟੀ ਦੇ ਲਈ ਕੋਈ ਆਫਿਸ। ਇੱਕ ਇਹਨੇ ਦੀਵਾਨੇ ਬੁੰਦਾ ਖਾਨ ਵੀ ਬਣਾਇਆ ਸੀ ਜਿਹੜਾ ਕਿ ਡਿਪਾਰਟਮੈਂਟ ਆਫ ਸਲੇਵ ਯਾਨੀ ਕਿ ਗੁਲਾਮਾਂ ਦਾ ਡਿਪਾਰਟਮੈਂਟ ਸੀਗਾ ਜਿਹਦਾ ਨਾਮ ਸੀਗਾ ਦੀਵਾਨੇ ਬੁੰਦਾ ਖਾਨ। ਹੀ ਇਸਟੈਬਲਿਸ਼ਡ ਸਾਰਿਸ ਰੈਸਟ ਹਾਊਸ ਜਿਹਨੂੰ ਕਿਹਾ ਜਾਂਦਾ ਹੈ for the benefits of merchants and other travelers। he adapted the ਇਕਤਾਦਾਰੀ framework। ਹੁਣ ਇਕਤਾਦਾਰੀ framework ਇਹਨੇ ਅਡੈਪਟ ਕੀਤਾ ਸੀ ਤੇ ਬਣਾਇਆ ਕਿੰਨੇ ਸੀ, ਇਲਤੁਤਮਿਸ਼ ਨੇ। established 4 new towns, ਨਵੇਂ 4 ਟਾਊਨਸ ਬਣਾਏ ਸੀਗੇ ਜਿਹੜੇ ਕੀ ਸੀਗੇ ਫਿਰੋਜ਼ਾਬਾਦ, ਫਤਿਹਬਾਦ, ਜੌਨਪੁਰ ਤੇ ਹਿਸਾਰ। ਇਹ ਵਾਲੇ 4 ਬਣਾਏ ਸੀ। ਹੀ ਇਸਟੈਬਲਿਸ਼ਡ ਹੌਸਪੀਟਲਸ ਵੀ ਬਹੁਤ ਸਾਰੇ ਬਣਾਏ ਸੀ ਇਹਨਾਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਦਰੁਲ ਸ਼ਿਫਾ, ਬਿਮਾਰਿਸਤਾਨ ਔਰ ਸ਼ਿਫਾਖਾਨਾ। ਹੌਸਪੀਟਲਸ ਦੇ ਨਾਮ ਸੀਗੇ। ਬਿਕੋਜ਼ ਆਫ ਆਲ ਦਿਸ ਹੀ ਵਾਜ਼ ਕੋਲਡ ਐਜ਼ ਸੁਲਤਾਨ ਆਫ ਕੰਸਟਰਕਸ਼ਨ। ਇਹ ਸਭ ਕੁਛ ਕੰਸਟਰਕਸ਼ਨ ਕਰਵਾਉਣ ਦੇ ਕਰਕੇ ਉਹਨੂੰ ਸੁਲਤਾਨ ਆਫ ਕੰਸਟਰਕਸ਼ਨ ਵੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਸੋ ਸੁਲਤਾਨ ਆਫ ਕੰਸਟਰਕਸ਼ਨ ਅਗਰ ਪੁੱਛ ਲਿਆ ਜਾਵੇ ਐਗਜ਼ਾਮ 'ਚ ਤਾਂ ਉਹ ਹੈਗਾ ਫਿਰੋਜ਼ ਸ਼ਾਹ ਤੁਗਲਕ। ਹੀ ਆਲਸੋ ਡਿਵੈਲਪਡ ਰੋਇਲ ਫੈਕਟਰੀਜ਼, ਬਹੁਤ ਸਾਰੀਆਂ ਸ਼ਾਹੀ ਫੈਕਟਰੀਜ਼ ਬਣਾਈਆਂ ਗਈਆਂ ਜਿਨ੍ਹਾਂ ਨੂੰ ਫਿਰੋਜ਼ ਸ਼ਾਹ ਤੁਗਲਕ ਕਾਰਖਾਨਾਸ ਦੇ ਨਾਮ ਤੋਂ ਬੋਲਦਾ ਸੀ ਕਿ ਇਹ ਕਾਰਖਾਨੇ ਨੇ। ਇਨ ਵਿਚ ਥਾਊਜ਼ੈਂਡਸ ਆਫ ਸਲੇਵਸ ਵਰ ਇੰਪਲੋਇਡ, ਜਿਹਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਲਾਮ ਜਿਹੜੇ ਸੀਗੇ ਉਹਨਾਂ ਨੂੰ ਨੌਕਰੀ ਦਿੱਤੀ ਗਈ ਸੀ। ਫਿਰੋਜ਼ ਸ਼ਾਹ ਜਿਹੜਾ ਸੀਗਾ ਉਹ ਮਰ ਗਿਆ ਸੀ 1388 ਦੇ ਵਿੱਚ। ਸੋ ਇੱਥੇ ਉਹਦੀ ਕਹਾਣੀ ਖਤਮ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਤੁਗਲਕ ਦੇ ਸਕਸੈਸਰਸ ਆਏ ਫਿਰੋਜ਼ ਸ਼ਾਹ ਤੁਗਲਕ ਤੋਂ ਬਾਅਦ, ਉਹ ਆਏ ਹੈ ਗਿਆਸੁਦੀਨ ਤੁਗਲਕ ਸ਼ਾਹ 2, ਅਬੂ ਬਕਰ ਸ਼ਾਹ, ਨਸੀਰ ਉਦੀਨ ਮੁਹੰਮਦ ਤੁਗਲਕ। ਸੋ ਅਗਰ ਆਵੇ ਕਿ ਲਾਸਟ ਮੇਨਲੀ ਕੀ ਕਰਦੇ ਹੈ, ਫਾਊਂਡਰ ਪੁੱਛਦੇ ਹੈ ਤੇ ਲਾਸਟ ਰੂਲਰ ਪੁੱਛਦੇ ਹੈ। ਸੋ ਇਹਨਾਂ ਦੋਨਾਂ ਦਾ ਨਾਮ ਤਾਂ ਤੁਹਾਨੂੰ ਯਾਦ ਹੋਣੇ ਚਾਹੀਦੇ ਹੈ। ਫਾਊਂਡਰ ਸੀਗਾ ਗਿਆਸੁਦੀਨ ਤੁਗਲਕ ਤੇ ਜਿਹੜਾ ਲਾਸਟ ਤੁਗਲਕ ਦਾ ਸਕਸੈਸਰ ਸੀਗਾ ਉਹ ਸੀਗਾ ਨਸੀਰੁਦੀਨ ਮੁਹੰਮਦ ਤੁਗਲਕ। ਲਾਸਟ ਰੂਲਰ ਸੀ, ਸੁਲਤਾਨ ਸੀ ਨਸੀਰੁਦੀਨ ਮੁਹੰਮਦ ਤੁਗਲਕ। ਸੋ ਇਹ ਸੀ ਸਾਰੀ ਦੀ ਸਾਰੀ ਕਹਾਣੀ ਤੁਗਲਕ ਡਾਇਨੈਸਟੀ ਦੀ। ਹੁਣ ਅਸੀਂ ਪਾਰਟ 5 ਦੇ ਵਿੱਚ ਕਰਾਂਗੇ ਸੈਯਦਸ ਤੇ ਲੋਧੀਸ ਦੇ ਬਾਰੇ। ਉਸ ਤੋਂ ਬਾਅਦ ਅਸੀਂ ਬਾਬਰ ਤੋਂ ਸਟਾਰਟ ਕਰਾਂਗੇ ਜੋ ਬਾਬਰ ਦੇ ਅੱਗੇ ਸਾਰੇ ਆਏ। ਸੋ 1400 ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਕੰਟੈਂਪਰਰਸ ਹੋ ਗਏ ਨਾ ਉਹ, ਸੋ ਉਹਨਾਂ ਦੇ ਬਾਰੇ ਕਰਾਂਗੇ। ਸੋ ਥੈਂਕ ਯੂ ਸੋ ਮਚ। ਆਈ ਹੋਪ ਤੁਹਾਨੂੰ ਸਮਝ ਆਈ ਹੋਏਗੀ ਸਟੋਰੀ ਐਂਡ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰ ਦਿਓ ਵੀਡੀਓ। ਮਿਲਦੇ ਹਾਂ ਪਾਰਟ 5 ਦੇ ਵਿੱਚ।